ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅਮਨ ਪੰਗੂ ਬੋਲਜ਼ਾਈ ਕੰਸਲਟੈਂਟਸ ਤੋਂ। ਸੋ ਦੋਸਤੋ, ਜਿੱਦਾਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਕਰੋਨਾ ਵਾਇਰਸ ਨੇ ਸਾਡੀ ਜ਼ਿੰਦਗੀ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪ੍ਰਭਾਵਿਤ ਕੀਤਾ ਹੋਇਆ ਹੈ। ਭਾਵੇਂ ਕੋਈ ਆਸਟ੍ਰੇਲੀਅਨ ਸਿਟੀਜ਼ਨ ਹੈ ਜਾਂ PR ਹੈ ਜਾਂ ਕਿਸੇ ਟੈਂਪਰੇਰੀ ਵੀਜ਼ਾਸ ਦੇ ਉੱਤੇ ਹੈ, ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਕੁਦਰਤੀ ਜੋ ਪ੍ਰਕੋਪ ਹੈ ਇਹਦੇ ਤੋਂ ਪ੍ਰਭਾਵਿਤ ਹੋਏ ਹਾਂ। ਸੋ ਅੱਜ ਜਿਹੜਾ ਮੇਰਾ ਟੌਪਿਕ ਹੈ ਡਿਸਕਸ਼ਨ ਦਾ, ਉਹ ਜਿਹੜੇ ਮੇਰੇ ਭੈਣ ਭਰਾ ਜਾਂ ਬਜ਼ੁਰਗ ਇੱਥੇ ਕਿਸੇ ਨਾ ਕਿਸੇ ਟੈਂਪਰੇਰੀ ਵੀਜ਼ੇ ਦੇ ਉੱਤੇ ਆਏ ਹੋਏ ਨੇ, ਉਹ ਕਿਸੇ ਕਾਰਨਵਸ਼ ਇੱਥੇ ਫਸੇ ਹੋਏ ਨੇ ਜਾਂ ਉਹ ਨਹੀਂ ਜਾ ਸਕਦੇ ਵਾਪਸ। ਸੋ ਉਸ ਦੇ ਸੰਬੰਧ ਦੇ ਵਿੱਚ ਅੱਜ ਮੈਂ ਤੁਹਾਡੇ ਨਾਲ ਜੋ ਉਹਨਾਂ ਕੋਲੇ ਆਪਸ਼ਨਸ ਨੇ ਉਹਨਾਂ ਬਾਰੇ ਗੱਲ ਕਰਾਂਗੇ। ਜੋ ਡਿਪਾਰਟਮੈਂਟ ਆਫ ਹੋਮ ਅਫੇਅਰਸ ਤੋਂ ਇਨਫੋਰਮੇਸ਼ਨ ਜੋ ਆਈ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਅਗਰ ਤੁਸੀਂ ਇਸ ਸਮੇਂ ਦੇ ਵਿੱਚ ਟਰੈਵਲ ਨਹੀਂ ਕਰ ਸਕਦੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਤੁਹਾਡੇ ਤੇ ਪ੍ਰਭਾਵ ਪਿਆ ਹੋਇਆ ਹੈ ਇਸ ਸਮੇਂ ਦਾ, ਤਾਂ ਤੁਸੀਂ ਕੀ ਕਰ ਸਕਦੇ ਹੋ ਇਹਨਾਂ ਹਾਲਾਤਾਂ ਦੇ ਵਿੱਚ। ਸੋ ਸਭ ਤੋਂ ਪਹਿਲਾਂ ਜੋ ਇੱਕ 408 ਸਬ ਕਲਾਸ 408 ਵੀਜ਼ਾ, ਉਹਦੇ ਵਿੱਚ ਸਰਕਾਰ ਨੇ ਇਸ ਸਮੇਂ ਜੋ ਇੱਕ ਨਵੀਂ ਸਟਰੀਮ ਇੰਟਰੋਡਿਊਸ ਕੀਤੀ ਹੈ ਤਾਂ ਕਿ ਤੁਸੀਂ ਇੱਥੇ ਆਸਟ੍ਰੇਲੀਆ ਦੇ ਵਿੱਚ ਅਗਰ ਤੁਸੀਂ ਨਹੀਂ ਟਰੈਵਲ ਕਰ ਸਕਦੇ ਤਾਂ ਆਸਟ੍ਰੇਲੀਆ ਤੁਸੀਂ ਉਹ ਵੀਜ਼ਾ ਲੌਂਚ ਕਰ ਸਕਦੇ ਹੋ ਤੇ ਰਹਿ ਸਕਦੇ ਹੋਗੇ। ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਹ ਵੀਜ਼ਾ ਹੈ ਕੀ ਤੇ ਉਹ ਕਿਹਨਾਂ ਵਾਸਤੇ ਹੈ। ਸੋ 408 ਜਿਹੜਾ ਇੱਕ ਟੈਂਪਰੇਰੀ ਐਕਟੀਵਿਟੀ ਵੀਜ਼ਾ ਹੈ, ਜਿਹਦੇ ਵਿੱਚ ਇੱਥੇ ਅਲੱਗ-ਅਲੱਗ ਸਟਰੀਮਸ ਨੇ ਜਾਂ ਜਿਹਦੇ ਵਿੱਚ ਤੁਸੀਂ ਟੈਂਪਰੇਰੀ ਰਹਿ ਸਕਦੇ ਹੋਗੇ ਉਸ ਪਾਰਟਿਕੂਲਰ ਐਕਟੀਵਿਟੀ ਨੂੰ ਕਰਨ ਵਾਸਤੇ। ਸੋ ਇੱਕ ਨਵਾਂ ਈਵੈਂਟ ਇਹਦੇ ਵਿੱਚ ਕ੍ਰੀਏਟ ਕੀਤਾ ਗਿਆ ਹੈ ਜਿਹੜਾ ਕਿ COVID-19 ਦੇ ਨਾਲ ਸੰਬੰਧਿਤ ਹੈ, ਜਿਹਦੇ ਵਿੱਚ ਆਸਟ੍ਰੇਲੀਅਨ ਗੌਰਮੈਂਟ ਨੇ ਜਿਹੜਾ COVID-19 ਹੈ ਉਹਨੂੰ ਇੰਡੋਰਸ ਕੀਤਾ ਹੈ ਇਸ ਸਮੇਂ ਉਹ ਵੀਜ਼ਾ ਪਾਉਣ ਵਾਸਤੇ। ਸੋ ਅਗਰ ਤੁਸੀਂ ਕਿਸੇ ਟੈਂਪਰੇਰੀ ਵੀਜ਼ਾ ਦੇ ਉੱਤੇ ਰਹਿ ਰਹੇ ਹੋ ਇੱਥੇ ਤੇ ਤੁਹਾਡੇ ਕੋਲੇ ਹੋਰ ਕੋਈ ਆਪਸ਼ਨ ਨਹੀਂ ਹੈਗੀ ਤਾਂ ਤੁਸੀਂ ਇਹ ਵੀਜ਼ਾ ਅਪਲਾਈ ਕਰ ਸਕਦੇ ਹੋ। ਪਰ ਅਪਲਾਈ ਕਰਨ ਤੋਂ ਪਹਿਲਾਂ ਤੁਹਾਨੂੰ ਬੜੀ ਸਾਵਧਾਨੀ ਵਰਤਣੀ ਪੈਣੀ ਆ। ਤੁਹਾਨੂੰ ਸੋਚਣਾ ਪੈਣਾ ਕਿ ਤੁਸੀਂ ਐਲੀਜੀਬਲ ਹੈਗੇ ਹੋ ਇਹ ਵੀਜ਼ੇ ਵਾਸਤੇ ਕਿ ਨਹੀਂ, ਤੇ ਅਗਰ ਐਲੀਜੀਬਲ ਹੈ ਵੀ ਹੋ ਤਾਂ ਤੁਸੀਂ ਇਹ ਵੀਜ਼ਾ ਲੌਂਚ ਕਰੋਗੇ ਤਾਂ ਉਹਦੇ ਬਾਅਦ ਦੇ ਵਿੱਚ ਤੁਹਾਡੇ ਦੇ ਕੀ ਇੰਪੈਕਟ ਨੇ। ਸੋ ਆਪਾਂ ਗੱਲ ਕਰਦੇ ਹਾਂ ਇਹ ਵੀਜ਼ਾ ਹੈ ਕੀ ਤੇ ਕੌਣ ਇਹਨੂੰ ਅਪਲਾਈ ਕਰ ਸਕਦੇ ਨੇ। ਸੋ ਇਹ ਜਿਹੜੀ ਵੀਜ਼ੇ ਦੀ ਐਲੀਜੀਬਿਲਿਟੀ ਹੈ ਉਹ ਉਹਨਾਂ ਵਾਸਤੇ ਹੈ ਜਿਹੜੇ ਇਸ ਟਾਈਮ ਆਸਟ੍ਰੇਲੀਆ ਦੇ ਵਿੱਚ ਕਿਸੇ ਟੈਂਪਰੇਰੀ ਵੀਜ਼ੇ ਦੇ ਉੱਤੇ ਫਸੇ ਹੋਏ ਨੇ। ਭਾਵੇਂ ਉਹ ਵਰਕਿੰਗ ਹੌਲੀਡੇ ਵੀਜ਼ਾ ਹੋ ਸਕਦਾ, ਉਹ ਸੀਜ਼ਨਲ ਜਿਹੜੇ ਵਰਕਰ ਨੇ ਉਹ ਹੋ ਸਕਦੇ ਨੇਗੇ, ਜਾਂ ਤੁਸੀਂ ਵਿਜ਼ਟਰ ਵੀਜ਼ੇ ਤੇ ਹੋ ਸਕਦੇ ਹੋ, ਜਾਂ ਕਿਸੇ EMPLOYER ਸਪਾਂਸਰਡ ਵੀਜ਼ੇ ਤੇ ਹੋ ਸਕਦੇ ਹੋਗੇ। ਪਰ ਉਹਦੇ 'ਚ ਤੁਹਾਡੀ ਜਿਹੜੀ ਐਲੀਜੀਬਿਲਿਟੀ ਹੈਗੀ ਉਹ ਆਪਾਂ ਡਿਸਕਸ ਕਰ ਰਹੇ ਹਾਂ। ਪਹਿਲੀ ਤਾਂ ਇਹ ਹੈ ਕਿ ਤੁਸੀਂ ਅਨਏਬਲ ਟੂ ਡਿਪਾਰਟ ਹੋ, ਕਿ ਤੁਹਾਡੀ ਇੰਟਰਨੈਸ਼ਨਲ ਫਲਾਈਟ ਹੈ ਜਿਹੜੀ ਤੁਸੀਂ ਲੈ ਨਹੀਂ ਸਕਦੇ, ਤੁਸੀਂ ਵਾਪਸ ਜਾ ਨਹੀਂ ਸਕਦੇ ਕਿਤੇ ਵੀ। ਸੋ ਉਹਦੇ ਵਿੱਚ ਜਿਹੜਾ ਤੁਹਾਡਾ ਵੀਜ਼ਾ ਹੈ, ਜਿਸ ਵੀਜ਼ਾ ਤੁਹਾਡਾ ਕਰੰਟ ਵੀਜ਼ਾ ਹੈਗਾ ਜਿਹੜਾ, ਉਹ ਜਾਂ ਤਾਂ ਆਉਣ ਵਾਲੇ 28 ਦਿਨਾਂ ਦੇ ਵਿੱਚ ਐਕਸਪਾਇਰ ਹੋ ਰਿਹਾ ਹੈ ਜਾਂ ਫਿਰ ਉਹ ਆਲਰੇਡੀ ਐਕਸਪਾਇਰ ਹੋ ਚੁੱਕਿਆ ਹੈ ਤੇ ਹਲੇ 28 ਦਿਨ ਤੋਂ ਵੱਧ ਦਾ ਸਮਾਂ ਉਹਦੇ ਵਿੱਚ ਨਹੀਂ ਹੋਇਆ ਉਹ ਐਕਸਪਾਇਰ ਹੋਏ ਨੂੰ। ਸੋ ਇਹ ਬਹੁਤ ਜ਼ਰੂਰੀ ਹੈ ਕਿ ਤੁਹਾਡਾ ਜਿਹੜਾ ਵੀਜ਼ਾ ਹੈ ਉਹ ਜਿਹੜੀ ਟਾਈਮਿੰਗ ਹੈ ਉਹ ਬਹੁਤ ਜ਼ਰੂਰੀ ਹੈ, ਉਹਦੇ ਵਿੱਚ ਤੁਸੀਂ ਅਪਲਾਈ ਕਰਨਾ ਹੈ। ਅਗਰ ਤੁਹਾਡੇ ਕੋਲ ਜ਼ਿਆਦਾ ਟਾਈਮ ਪਿਆ, ਮੰਨ ਲਓ ਹਲੇ 2 ਮਹੀਨੇ ਪਏ ਨੇ ਤੁਹਾਡੇ ਵੀਜ਼ਾ ਐਕਸਪਾਇਰ ਹੋਣ ਦੇ ਵਿੱਚ, ਤਾਂ ਤੁਹਾਡੀ ਜਿਹੜੀ ਐਲੀਜੀਬਿਲਿਟੀ ਆ ਉਹ ਨਹੀਂ ਬਣਦੀ। ਜਾਂ ਇਹ ਕਹਿ ਲਓ ਕਿ ਤੁਹਾਡਾ ਜਿਹੜਾ ਵੀਜ਼ਾ ਹੈ ਉਹ ਆਲਰੇਡੀ ਐਕਸਪਾਇਰ ਹੋ ਚੁੱਕਿਆ ਹੈਗਾ ਤੇ ਤਾਂ ਵੀ ਉਹਨੂੰ 28 ਦਿਨ ਤੋਂ ਉੱਪਰ ਤੁਹਾਨੂੰ ਹੋ ਗਏ ਨੇ, ਤਾਂ ਵੀ ਤੁਸੀਂ ਇਸ ਵੀਜ਼ੇ ਨੂੰ ਲੌਂਚ ਕਰਨ ਵਾਸਤੇ ਐਲੀਜੀਬਲ ਨਹੀਂ ਹੈਗੇ। ਸੋ ਦੋਸਤੋ, ਇੱਕ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਹੈ ਉਹ ਇਹ ਧਿਆਨ 'ਚ ਰੱਖਣ ਵਾਲੀ ਹੈ ਕਿ ਜਿਹੜਾ ਇਹ ਸਟਰੀਮ ਹੈ, ਜਿਹੜੀ 408 ਦੀ ਸਟਰੀਮ ਹੈਗੀ, ਉਹਦੇ ਵਿੱਚ ਤੁਸੀਂ ਕੰਮ ਕੁਝ ਸਪੈਸ਼ਲ, ਕੁਝ ਇੰਡਸਟਰੀ ਜਿਹੜੀ ਸਪੈਸੀਫਿਕ ਹੈ ਉਹਦੇ ਵਿੱਚ ਹੀ ਕਰਦੇ ਹੋਣੇ ਚਾਹੀਦੇ ਹੋ। ਅਗਰ ਤੁਸੀਂ ਉਸ ਇੰਡਸਟਰੀ ਦੇ ਵਿੱਚ ਜਾਂ ਉਹ ਕੰਮ ਨਹੀਂ ਕਰਦੇ ਹੈਗੇ ਤਾਂ ਤੁਹਾਡੀ ਐਲੀਜੀਬਿਲਿਟੀ ਇਹ ਵੀਜ਼ੇ ਦੀ ਨਹੀਂ ਬਣੇਗੀ। ਸੋ ਉਹ ਸੈਕਟਰ ਕਿਹੜੇ ਨੇਗੇ? ਉਹਦੇ ਵਿੱਚ ਐਗਰੀਕਲਚਰ ਆ ਜਾਂਦਾ, ਕੁਝ ਫੂਡ ਪ੍ਰੋਸੈਸਿੰਗ ਦੇ ਵਿੱਚ ਆ ਜਾਂਦੇ ਹੈਗੇ, ਹੈਲਥ ਕੇਅਰ ਵਰਕਰ ਨੇ ਜਿਹੜੇ, ਜਾਂ ਕਹਿ ਲਓ ਉਹਦੇ ਵਿੱਚ ਏਜਡ ਕੇਅਰ ਵਰਕਰ ਨੇ, ਜਾਂ ਡਿਸੇਬਿਲਟੀ ਕੇਅਰ ਵਰਕਰ ਨੇਗੇ, ਤੇ ਜਾਂ ਚਾਈਲਡ ਕੇਅਰ ਵਰਕਰ ਨੇ, ਉਹ ਇਸ ਕੈਟਾਗਰੀ ਦੇ ਵਿੱਚ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਆ ਤੇ ਤੁਸੀਂ ਉਸ ਕੰਮ ਕਰਦੇ ਹੋਣੇ ਚਾਹੀਦੇ ਹੋ। ਪਲੱਸ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ, ਕਿਉਂਕਿ ਇਹ ਇੱਕ ਜਿੱਦਾਂ ਮੈਂ ਪਹਿਲਾਂ ਕਹਿ ਕੇ ਹਟਿਆ ਟੈਂਪਰੇਰੀ ਐਕਟੀਵਿਟੀ ਵੀਜ਼ਾ ਹੈ। ਸੋ ਅਗਰ ਤੁਸੀਂ ਇਸ ਕੈਟਾਗਰੀ ਦੇ ਵਿੱਚ ਕਿਸੇ ਦੇ ਵਿੱਚ ਵੀ ਕੰਮ ਕਰਦੇ ਹੋਗੇ ਤਾਂ ਤੁਹਾਡੇ ਕੋਲੇ ਆਪਣੇ EMPLOYER ਤੋਂ ਉਸ ਚੀਜ਼ ਦੀ ਐਂਡੋਰਸਮੈਂਟ ਜ਼ਰੂਰ ਚਾਹੀਦੀ ਹੈ। ਤੁਹਾਨੂੰ ਲੈਟਰ ਲੈਣੀ ਪੈਣੀ ਹੈ ਆਪਣੇ EMPLOYER ਤੋਂ ਕਿ ਤੁਸੀਂ ਇਸ ਫੀਲਡ ਦੇ ਵਿੱਚ, ਇਹਨਾਂ ਚੋਂ ਕਿਸੇ ਵੀ, ਚਾਹੇ ਉਹ ਐਗਰੀਕਲਚਰ ਹੈ, ਭਾਵੇਂ ਉਹ ਡਿਸੇਬਿਲਟੀ ਕੇਅਰ ਦੇ ਵਿੱਚ ਹੈ, ਭਾਵੇਂ ਏਜਡ ਕੇਅਰ ਦੇ ਵਿੱਚ ਹੈ ਜਾਂ ਚਾਈਲਡ ਕੇਅਰ ਦੇ ਵਿੱਚ ਹੈ, ਤਾਂ ਤੁਹਾਨੂੰ ਆਪਣੇ ਜਿਹੜਾ EMPLOYER ਹੈ ਉਹਦੇ ਤੋਂ ਲੈਟਰ ਲਿਖਾਉਣੀ ਪੈਣੀ ਹੈ ਕਿ ਤੁਹਾਡੇ EMPLOYER ਨੂੰ ਜ਼ਰੂਰਤ ਹੈ ਤੇ ਉਹ ਕਿਸੇ ਹੋਰ ਆਸਟ੍ਰੇਲੀਅਨ ਨੂੰ ਇਸ ਟਾਈਮ ਜੌਬ ਦੇ ਨਹੀਂ ਸਕਦੇ ਕਿਉਂਕਿ ਉਹਨਾਂ ਨੂੰ ਤੁਹਾਡੀ ਲੋੜ ਹੈਗੀ। ਸੋ ਉਹ ਲੈਟਰ ਤੁਹਾਡੀ ਡੈਫੀਨੇਟਲੀ ਤੁਹਾਨੂੰ ਨਾਲ ਲਾਉਣੀ ਪੈਣੀ ਆ, ਉਹ ਮੈਂਡੇਟਰੀ ਰਿਕੁਆਇਰਮੈਂਟ ਹੈ। ਅਗਰ ਤੁਸੀਂ ਨਹੀਂ ਲਾਉਂਦੇ ਉਹ
ਇਹ ਪ੍ਰੂਫ ਕਰਨ ਵਾਸਤੇ ਕਿ ਤੁਹਾਡੀ ਜ਼ਰੂਰਤ ਹੈਗੀ ਇਸ ਜਿਹੜੀਆਂ ਕ੍ਰਿਟੀਕਲ ਸ਼ਾਰਟੇਜ ਜਿਹੜੀ ਸਕਿੱਲ ਸ਼ਾਰਟੇਜ ਚੱਲ ਰਹੀ ਹੈਗੀ ਇਸ ਏਰੀਆਜ਼ ਦੇ ਵਿੱਚ, ਤਾਂ ਤੁਹਾਡੀ ਜਿਹੜੀ ਐਪਲੀਕੇਸ਼ਨ ਹੈ ਉਹ ਅਪਰੂਵ ਨਹੀਂ ਹੋਏਗੀ, ਉਹ ਮਨਜ਼ੂਰ ਨਹੀਂ ਹੋ ਸਕਦੀ। ਤੇ ਅਗਰ ਆਪਾਂ ਗੱਲ ਕਰੀਏ ਇਹਦੇ ਵਿੱਚ ਕਿੱਦਾਂ ਦੇ ਕਿਹੜੇ ਵੀਜ਼ੇ ਆਪਾਂ ਮੈਂ ਪਹਿਲਾਂ ਡਿਸਕਸ ਕਰ ਚੁੱਕਿਆ, ਜਿੱਦਾਂ ਕਿ ਜਿਹੜੇ ਸੀਜ਼ਨਲ ਵਰਕਰ ਨੇ ਜਾਂ ਵਰਕਿੰਗ ਹੌਲੀਡੇ ਮੇਕਰ ਨੇ ਜਾਂ ਕਿਸੇ ਵੀ ਹੋਰ ਟੈਂਪਰੇਰੀ ਵੀਜ਼ੇ ਦੇ ਉੱਤੇ ਨੇ। ਸੋ ਇਹਨਾਂ ਦੇ ਵਿੱਚ ਅਗਰ ਤੁਸੀਂ ਕੰਮ ਕਰਦੇ ਹੋ ਜਿਹੜੀਆਂ ਸੈਕਟਰਸ ਨੇਗੇ, ਤਾਂ ਤੁਹਾਡੀ ਐਲੀਜੀਬਿਲਟੀ ਬਣ ਸਕਦੀ ਹੈ ਤੇ ਤੁਹਾਨੂੰ ਇਹ ਵੀਜ਼ਾ ਮਿਲ ਸਕਦਾ ਹੈ। ਇੱਕ ਹੋਰ ਆਪਸ਼ਨ ਹੈ ਕਿ ਅਗਰ ਤੁਸੀਂ ਮੰਨ ਲਓ ਵਿਜ਼ਟਰ ਵੀਜ਼ੇ ਤੇ ਹੋ ਤੇ ਤੁਸੀਂ ਕਿਸੇ ਵੀ ਕਾਰਨ ਵਸ ਉਹ ਵਿਜ਼ਟਰ ਵੀਜ਼ਾ ਨਹੀਂ ਲਾ ਸਕਦੇ, ਜਾਂ ਤੁਸੀਂ ਕਿਸੇ ਹੋਰ ਟੈਂਪਰੇਰੀ ਵੀਜ਼ੇ ਤੇ ਹੋ, ਮੰਨ ਲਓ EMPLOYER ਸਪਾਂਸਰਡ ਵੀਜ਼ੇ ਦੇ ਉੱਤੇ ਹੋ ਤੇ ਤੁਸੀਂ ਉਹ ਵੀਜ਼ਾ ਦੁਬਾਰੇ ਨਹੀਂ ਲਾ ਸਕਦੇ ਤੇ ਤੁਹਾਡਾ ਵੀਜ਼ਾ ਆਉਣ ਵਾਲੇ 28 ਦਿਨਾਂ ਦੇ ਵਿੱਚ ਜਾਂ ਤਾਂ ਐਕਸਪਾਇਰ ਹੋ ਰਿਹਾ ਹੈ ਜਾਂ ਆਲਰੇਡੀ ਐਕਸਪਾਇਰ ਹੋ ਚੁੱਕਿਆ ਹੈ ਤੇ ਤੁਸੀਂ ਆਸਟ੍ਰੇਲੀਆ ਛੱਡ ਨਹੀਂ ਸਕਦੇ ਹੈਗੇ। ਤਾਂ ਐਜ਼ ਏ ਲਾਸਟ ਰਿਜ਼ੋਰਟ ਦਾ ਮਤਲਬ ਹੈ ਵੀ ਤੁਹਾਡੇ ਕੋਲ ਹੋਰ ਕੋਈ ਆਪਸ਼ਨ ਨਹੀਂ ਹੈਗੀ, ਨਾ ਤੁਸੀਂ ਵਿਜ਼ਟਰ ਵੀਜ਼ਾ ਲਾ ਸਕਦੇ ਹੋ, ਨਾ ਤੁਸੀਂ ਕੋਈ ਹੋਰ, ਅਗਰ ਤੁਹਾਡਾ EMPLOYER ਸਪਾਂਸਰਡ ਹੈ, ਫੋਰ ਐਗਜ਼ਾਮਪਲ ਤੁਹਾਡੀ ਜੌਬ ਚਲੀ ਗਈ ਹੈ ਤੇ ਤੁਹਾਡਾ EMPLOYER ਆ ਤੁਹਾਨੂੰ ਸਪਾਂਸਰ ਨਹੀਂ ਕਰ ਰਿਹਾ ਹੈਗਾ, ਸੋ ਉੱਦਾਂ ਦੇ ਸਿਨਾਰੀਓ ਦੇ ਵਿੱਚ ਵੀ ਤੁਸੀਂ ਇਸ ਵੀਜ਼ੇ ਨੂੰ ਲਾ ਸਕਦੇ ਹੋ ਤੇ ਉਹਦੇ ਵਿੱਚ ਤੁਹਾਡੇ ਕੋਲੇ ਜੌਬ ਹੋਣੀ ਵੀ ਜ਼ਰੂਰੀ ਨਹੀਂ ਹੈਗੀ, ਜਿਹੜੇ ਆਪਾਂ ਸੈਕਟਰਸ ਦੀ ਗੱਲ ਕੀਤੀ ਹੈ। ਪਰ ਇਹ ਧਿਆਨ ਰਹੇ ਕਿ ਤੁਹਾਡਾ ਇਹ ਲਾਸਟ ਰਿਜ਼ੋਰਟ ਹੋਣਾ ਚਾਹੀਦਾ, ਤੁਸੀਂ ਹੋਰ ਕੋਈ ਵੀਜ਼ਾ ਲਾ ਨਹੀਂ ਸਕਦੇ, ਤਾਂ ਤੁਸੀਂ ਇਹ ਵੀਜ਼ੇ ਨੂੰ ਅਪਲਾਈ ਕਰ ਸਕਦੇ ਹੋ। ਅਗਰ ਤੁਸੀਂ ਇਸ ਸਟਰੀਮ ਦੇ ਵਿੱਚ ਐਜ਼ ਏ ਲਾਸਟ ਰਿਜ਼ੋਰਟ ਇਹ ਵੀਜ਼ਾ ਲਾ ਰਹੇ ਹੋਗੇ ਤਾਂ ਤੁਹਾਨੂੰ ਇੱਕ ਸਬਮਿਸ਼ਨ ਦੇਣੀ ਪੈਣੀ ਹੈ, ਇੱਕ ਕਵਰ ਲੈਟਰ ਨਾਲ ਲਾਉਣੀ ਪੈਣੀ ਹੈ। ਤੁਸੀਂ ਆਪਣੇ ਹਾਲਾਤ ਦੱਸਣੇ ਆ ਕਿ ਮੈਂ ਕਿਉਂ ਇੱਥੇ ਆਸਟ੍ਰੇਲੀਆ ਦੇ ਵਿੱਚ ਕਿਹੜੇ ਵੀਜ਼ੇ ਤੇ ਆ, ਕੀ ਮੇਰਾ ਕੰਮ, ਮੈਂ ਕੀ ਕਰ ਰਿਹਾ ਸੀ ਇੱਥੇ ਤੇ ਮੈਂ ਹੋਰ ਕੋਈ ਵੀਜ਼ਾ ਕਿਉਂ ਨਹੀਂ ਪਾ ਸਕਦਾ, ਇਹ ਵੀਜ਼ਾ ਹੀ ਮੈਂ ਕਿਉਂ ਪਾ ਰਿਹਾ। ਸੋ ਇਸ ਚੀਜ਼ ਦਾ ਬਹੁਤ ਧਿਆਨ ਰੱਖਣਾ ਹੈ ਕਿ ਜਦੋਂ ਤੁਹਾਡੀ ਐਪਲੀਕੇਸ਼ਨ ਜਾਣੀ ਹੈਗੀ ਡਿਪਾਰਟਮੈਂਟ 'ਚ ਸਬਮਿਟ ਹੋਣੀ ਹੈ ਤਾਂ ਉਹ ਤੁਸੀਂ ਲੈਟਰ ਜ਼ਰੂਰ ਲਾਉਣੀ ਹੈ ਕਿ ਤੁਸੀਂ ਐਜ਼ ਏ ਲਾਸਟ ਰਿਜ਼ੋਰਟ ਇਹ ਵੀਜ਼ੇ ਨੂੰ ਵਰਤ ਰਹੇ ਹੋਗੇ ਤੇ ਲੌਂਚ ਕਰ ਰਹੇ ਹੋਗੇ, ਕਿਉਂਕਿ ਤੁਸੀਂ ਹੋਰ ਕਿਸੇ ਵੀਜ਼ੇ ਦੀ ਤੁਹਾਡੀ ਐਲੀਜੀਬਿਲਟੀ ਨਹੀਂ ਬਣਦੀ ਹੈਗੀ। ਸੋ ਉਸ ਤੋਂ ਅੱਗੇ ਜਿਹੜਾ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ, ਕਿਉਂਕਿ ਪਿਛਲੇ ਕਈ ਵੀਕਸ ਤੋਂ ਜਿਹੜੀਆਂ ਇਹ ਚੇਂਜਸ ਆ ਰਹੀਆਂ ਨੇਗੀਆਂ, ਜੋ ਹਾਲਾਤ ਜੋ ਬਦਲ ਰਹੇ ਨੇ, ਇਹ ਜੋ ਪੈਂਡੈਮਿਕ ਕਰਕੇ ਸਾਰੇ ਸੰਸਾਰ ਦੇ ਹਾਲਾਤ ਜਿਹੜੇ ਸਮੀਕਰਨ ਨੇ ਉਹ ਚੇਂਜ ਹੋ ਰਹੇ ਨੇ। ਬੜੀਆਂ ਸਾਨੂੰ ਵੀ ਕਾਲਸ ਆਉਂਦੀਆਂ ਨੇ ਕਿਉਂਕਿ ਕਾਫੀ ਪੈਨਿਕ ਦੇ ਵਿੱਚ ਨੇ ਸਾਡੇ ਭੈਣ ਭਰਾ ਜਿਹੜੇ ਟੈਂਪਰੇਰੀ ਵੀਜ਼ਾਸ ਦੇ ਉੱਤੇ ਨੇ ਕਿ ਉਹ ਕੀ ਕਰਨ। ਜਿਵੇਂ ਕਹਿੰਦੇ ਹੁੰਦੇ ਆ ਕਿ ਇੱਕ ਮਾਰ ਤਾਂ ਫਾਈਨੈਂਸ਼ੀਅਲੀ ਜਾਂ ਸਾਈਕੋਲੋਜੀਕਲੀ ਪਈ ਸੀ ਤੇ ਨਾਲ ਜਿਹੜੇ ਟੈਂਪਰੇਰੀ ਵੀਜ਼ਾ ਹੋਲਡਰਸ ਨੇ ਉਹਨਾਂ ਲਈ ਇੱਕ ਹੋਰ ਵੀ ਕਹਿ ਲਓ ਵੀ ਮੰਦਭਾਗਾ ਟਾਈਮ ਹੈ ਕਿ ਉਹਨਾਂ ਦੇ ਜਿਹੜੇ ਵੀਜ਼ੇ ਨੇ ਐਕਸਪਾਇਰ ਹੋ ਰਹੇ ਨੇ ਤੇ ਉਹਨਾਂ ਕੋਲ ਹੋਰ ਕੋਈ ਆਪਸ਼ਨ ਹੈ ਨਹੀਂ ਕੁਝ ਕਰਨ ਦੀ, ਕਿਉਂਕਿ ਕਈ ਵਿਜ਼ਟਰ ਵੀਜ਼ਾਸ ਦੇ ਉੱਤੇ ਇੱਥੇ ਆਪਣੀ ਫੈਮਿਲੀਜ਼ ਨੂੰ ਮਿਲਣ ਆਏ ਸੀ ਜਾਂ ਕਿਸੇ ਹੋਰ ਪਰਪਸ ਵਾਸਤੇ ਇੱਥੇ ਆਏ ਹੋਏ ਸੀਗੇ, ਸੋ ਇੱਥੇ ਆ ਕੇ ਉਹ ਸਟਕ ਹੋ ਗਏ ਨੇਗੇ। ਸੋ ਇਹ ਇੱਕ ਆਪਸ਼ਨ ਹੋ ਸਕਦੀ ਆ ਅਗਰ ਤੁਸੀਂ ਆਪਣਾ ਵਿਜ਼ਟਰ ਵੀਜ਼ਾ ਨਹੀਂ ਵਧਾ ਸਕਦੇ ਹੈਗੇ। ਸੋ ਵਰਕ ਰਾਈਟ ਦੀ ਅਗਰ ਆਪਾਂ ਗੱਲ ਕਰੀਏ, ਜਿਹੜਾ 408 ਦੀ ਜਿਹੜੀ ਸਟਰੀਮ ਹੈ ਇਹਦੇ 'ਚ ਵਰਕ ਰਾਈਟ ਸਿਰਫ ਉਹਨਾਂ ਨੂੰ ਹੀ ਮਿਲਣਗੇ ਜਿਹੜੇ ਆਪਾਂ ਸੈਕਟਰਸ ਦੀ ਗੱਲ ਕੀਤੀ ਆ, ਅਗਰ ਉਹਨਾਂ ਦੇ ਵਿੱਚ ਉਹ ਕੰਮ ਕਰਦੇ ਆ। ਤੇ ਇਹ ਜਿਹੜੀ ਐਪਲੀਕੇਸ਼ਨ ਆ, ਜਦੋਂ ਤੁਹਾਡਾ ਵੀਜ਼ਾ ਆ ਜਾਊਗਾ ਤਾਂ 8107 ਇੱਕ ਵੀਜ਼ਾ ਕੰਡੀਸ਼ਨ ਹੈਗੀ ਜਿਹਦੇ ਤਹਿਤ ਤੁਹਾਡੇ ਜਿਹੜੇ ਵਰਕ ਰਾਈਟਸ ਨੇ ਉਹ ਗਵਰਨ ਹੋਣਗੇ, ਕਿਉਂਕਿ ਤੁਸੀਂ ਸਿਰਫ ਤੇ ਸਿਰਫ ਉਸ ਜਿਹੜੇ ਸੈਕਟਰ ਨੇ ਉਸ ਫੀਲਡ ਦੇ ਵਿੱਚ ਹੀ ਕੰਮ ਕਰ ਸਕਦੇ ਹੋਗੇ ਜਿਹਦੇ ਵਿੱਚ ਇਸ ਟਾਈਮ ਕ੍ਰਿਟੀਕਲ ਸ਼ਾਰਟੇਜ ਆ। ਤੇ ਜਿਹੜੇ ਇਹ ਸੈਕਟਰਸ ਨੇ ਜਿਨ੍ਹਾਂ ਬਾਰੇ ਆਪਾਂ ਗੱਲ ਕੀਤੀ ਹੈ, ਜਿੱਦਾਂ ਐਗਰੀਕਲਚਰ ਹੋ ਗਿਆ ਜਾਂ ਚਾਈਲਡ ਕੇਅਰ ਹੋ ਗਿਆ ਜਾਂ ਆਪਣਾ ਡਿਸੇਬਿਲਟੀ ਕੇਅਰ ਹੈ, ਆਪਣਾ ਏਜਡ ਕੇਅਰ ਹੈ, ਇਹ ਜਿਹੜੇ ਸੈਕਟਰ ਨੇਗੇ ਇਹ ਵੱਧ ਘੱਟ ਵੀ ਸਕਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ, ਆਉਣ ਵਾਲੇ ਹਫ਼ਤਿਆਂ ਦੇ ਵਿੱਚ ਜਾਂ ਕੁਝ ਮਹੀਨਿਆਂ ਦੇ ਵਿੱਚ। ਜਿਵੇਂ ਜਿਵੇਂ ਸਰਕਾਰ ਨੂੰ ਲੱਗੂਗਾ, ਅਗਰ ਉਹਨਾਂ ਨੂੰ ਲੱਗਿਆ ਕਿ ਕੋਈ ਹੋਰ ਸੈਕਟਰ ਜਿੱਦਾਂ ਕਿ ਆਪਾਂ ਕਹਿ ਸਕਦੇ ਹਾਂ ਕੋਈ ਆਪਣਾ ਡਿਲੀਵਰੀ ਦਾ ਜਾਂ ਪਾਰਸਲ ਡਿਲੀਵਰੀ ਦਾ ਜਾਂ ਕੋਈ ਹੋਰ ਵੀ ਕਿਸੇ ਤਰ੍ਹਾਂ ਦਾ ਸੈਕਟਰ ਹੈ ਜਿਹਦੇ ਵਿੱਚ ਅੱਗੇ ਜਾ ਕੇ ਕੋਈ ਸਕਿੱਲ ਦੀ ਸ਼ਾਰਟੇਜ ਹੋਗੀ ਤੇ ਆਸਟ੍ਰੇਲੀਅਨ ਵਰਕਰ ਉਹਦੇ 'ਚ ਕੰਮ ਨਹੀਂ ਕਰ ਸਕਦੇ ਜਾਂ ਨਹੀਂ ਹੈਗੇ ਕੰਮ ਕਰਨ ਵਾਸਤੇ, ਤਾਂ ਉਹਨਾਂ ਨੂੰ ਇਹਦੇ ਵਿੱਚ ਐਡ ਵੀ ਕਰ ਸਕਦੇ ਨੇ। ਤੇ ਜਾਂ ਇਹ ਕਹਿ ਲਓ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਇਹ ਮਹਿਸੂਸ ਹੋਇਆ ਕਿ ਇਹ ਜਿਹੜੇ ਸੈਕਟਰ ਨੇ ਇਹਨਾਂ ਦੇ ਵਿੱਚ ਹੋਰ ਹੁਣ ਇਸ ਤੋਂ ਬਾਅਦ ਲੋੜ ਨਹੀਂ ਹੈਗੀ ਤਾਂ ਇਹਨਾਂ ਨੂੰ ਇਹਦੇ ਵਿੱਚੋਂ ਕੱਢ ਵੀ ਸਕਦੇ ਨੇ। ਪਰ ਯਾਦ ਰਹੇ ਤੇ ਇਹ ਬਹੁਤ ਇੰਪੋਰਟੈਂਟ ਹੈ ਕਿ ਤੁਹਾਡੀ ਜਿਹੜੀ ਵੀਜ਼ਾ ਕੰਡੀਸ਼ਨ ਹੈ ਉਹ ਤੁਹਾਡੇ ਵੀਜ਼ੇ ਤੇ ਇੰਪੋਜ਼ ਹੋਣੀ ਹੈਗੀ ਤੇ ਤੁਸੀਂ ਕਿਸੇ ਹੋਰ ਸੈਕਟਰ ਦੇ ਵਿੱਚ ਕੰਮ ਨਹੀਂ ਕਰ ਸਕਦੇ ਅਗਰ ਤੁਸੀਂ ਇਸ ਸਟਰੀਮ ਦੇ ਅੰਡਰ 408 ਵੀਜ਼ਾ ਲੈਂਦੇ ਹੋ ਤਾਂ। ਇਹਦੀ ਡਿਊਰੇਸ਼ਨ ਕਿੰਨੀ ਹੋ ਸਕਦੀ ਹੈ? ਇਹ ਵੀਜ਼ਾ ਤੁਸੀਂ ਅਪ ਟੂ 12 ਮਹੀਨੇ 1 ਸਾਲ ਤੱਕ ਲੈ ਸਕਦੇ ਹੋਗੇ। ਜ਼ਿਆਦਾਤਰ ਜਿਹੜਾ ਇਹ ਵੀਜ਼ਾ ਉਹ 6 ਮਹੀਨਿਆਂ ਲਈ ਅਪਲਾਈ ਹੋ ਰਿਹਾ ਕਿਉਂਕਿ ਇਹ ਕਿਆਸਿਆ ਜਾ ਰਿਹਾ ਹੈ ਕਿ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਕਾਫੀ ਹੱਦ ਤੱਕ ਠੀਕ ਹੋ ਜਾਣਗੇ ਤੇ ਜਿਹੜੀਆਂ ਇੰਟਰਨੈਸ਼ਨਲ ਫਲਾਈਟਸ ਨੇ, ਜਿਹੜੀਆਂ ਉਡਾਣਾਂ ਨੇ ਉਹ ਚੱਲ ਪੈਣਗੀਆਂ ਤੇ ਤੁਸੀਂ ਆਪਣੇ ਘਰ ਵਾਪਸ ਜਾ ਸਕਦੇ ਹੋ। ਅਗਰ ਤੁਹਾਡਾ ਜਿਹੜੇ ਵੀਜ਼ਾ ਫਿਨਿਸ਼ ਹੋਏਗਾ ਤਾਂ ਤੁਸੀਂ 6 ਮਹੀਨੇ 12 ਮਹੀਨੇ ਜਿੰਨਾ ਕੁ ਤੁਹਾਨੂੰ ਲੱਗਦਾ ਜਾਂ ਤੁਹਾਡੇ EMPLOYER ਨਾਲ ਗੱਲ ਕਰੋ, ਡਿਸਕਸ ਕਰੋ ਵੀ ਉਹਨਾਂ ਦੇ ਕੀ ਜੋ ਕਿਆਸ ਨੇ ਕਿ ਕਿੰਨੇ ਕੁ ਟਾਈਮ ਲਈ ਉਹਨਾਂ ਨੂੰ ਤੁਹਾਡੀ ਲੋੜ ਹੈਗੀ। ਸੋ ਉਸ ਤਰੀਕੇ ਦੇ ਨਾਲ ਤੁਸੀਂ ਆਪਣੀ ਡਿਊਰੇਸ਼ਨ ਹੈ ਜਿਹੜੀ ਉਹ ਮਿਲ ਸਕਦੇ ਹੋ। ਸੋ ਮੈਂ ਰეკਮੈਂਡ ਕਰਦਾ ਕਿ ਘੱਟੋ ਘੱਟ 6 ਮਹੀਨੇ ਤੇ ਅਪ ਟੂ 12 ਮੰਥਸ ਤੁਸੀਂ ਇਹ ਲਾ ਸਕਦੇ ਹੋ ਆਪਣਾ ਜਿਹੜਾ ਵੀਜ਼ਾ ਹੈ।
ਉਸ ਤੋਂ ਅੱਗੇ ਇਹ ਹੈ ਕਿ ਅਗਰ ਤੁਹਾਡੇ ਵੀਜ਼ੇ ਦੇ ਉੱਤੇ ਇਸ ਟਾਈਮ ਨੋ ਫਰਦਰ ਸਟੇ ਲੱਗੀ ਹੋਈ ਹੈ ਤੇ ਤੁਸੀਂ ਕੋਈ ਹੋਰ ਵੀਜ਼ਾ ਨਹੀਂ ਪਾ ਸਕਦੇ। ਸੋ ਅਗਰ ਇਦਾਂ ਦੀ ਕੋਈ ਕੰਡੀਸ਼ਨ ਹੈ ਤੇ ਤੁਸੀਂ ਇਸ ਸੈਕਟਰ ਦੇ ਵਿੱਚ ਕੰਮ ਕਰਦੇ ਹੋ ਤੇ ਤੁਸੀਂ 408 ਵੀਜ਼ਾ ਲਾਉਣਾ ਹੈ ਤਾਂ ਤੁਸੀਂ 8503 ਹੈ ਜਿਹੜੀ ਉਹਦਾ ਵੇਵਰ ਲੈ ਕੇ ਇਹ ਵੀਜ਼ਾ ਪਾ ਸਕਦੇ ਹੋ। ਨੋ ਫਰਦਰ ਸਟੇ ਦੀ ਇੱਕ ਸਪੈਸ਼ਲ ਟੀਮ ਉਹਨਾਂ ਨੇ ਐਡੀਸ਼ਨਲ ਬੰਦੇ ਉਹਦੇ 'ਚ ਭਰਤੀ ਕੀਤੇ ਨੇ ਤੇ ਬੜੇ ਫਾਸਟ ਕਾਫੀ ਅੱਛੇ ਰਿਜ਼ਲਟ ਆ ਰਹੇ ਨੇ। ਜਿੰਨੇ ਵੀ ਵੇਵਰਸ ਅਸੀਂ ਪਾਏ ਨੇ ਉਹ ਸਾਰੇ ਅਪਰੂਵ ਹੀ ਆ ਰਹੇ ਨੇ। ਸੋ ਇਸ ਟਾਈਮ ਇਹ ਅਪਰਚੁਨਿਟੀ ਤੁਹਾਡੇ ਵਾਸਤੇ ਹੋ ਸਕਦੀ ਹੈ ਅਗਰ ਤੁਸੀਂ ਇਸ ਸੈਕਟਰ ਦੇ ਵਿੱਚ ਕੰਮ ਕਰਦੇ ਹੋ ਕਿਸੇ ਦੇ ਵਿੱਚ ਵੀ ਤੇ ਇਹ ਵੀਜ਼ਾ ਲੈਣਾ ਚਾਹੁੰਦੇ ਹੋਗੇ ਤਾਂ ਤੁਸੀਂ ਆਪਣਾ ਜਿਹੜਾ ਵੀਜ਼ਾ ਉਹਦੇ ਤੇ ਕੰਡੀਸ਼ਨ ਹਟਵਾ ਸਕਦੇ ਹੋ, ਹਟਵਾ ਕੇ ਆਪਣਾ ਵੀਜ਼ਾ ਪਾ ਸਕਦੇ ਹੋ। ਬਾਕੀ ਜਿਹੜੀ 8503 ਦੀ ਕੰਡੀਸ਼ਨ ਹੈ ਇਹ ਜਨਰਲ ਵੀ ਹੈ। ਅਗਰ ਤੁਸੀਂ ਇੱਥੇ ਵਿਜ਼ਟਰ ਵੀਜ਼ੇ ਤੇ ਹੋ ਜਾਂ ਕਿਸੇ ਹੋਰ ਵੀਜ਼ੇ ਦੇ ਉੱਤੇ ਹੋਗੇ ਜਿਹਦੇ ਤੇ ਇਹ ਕੰਡੀਸ਼ਨ ਲੱਗੀ ਹੋਈ ਹੈ ਕਿ ਤੁਸੀਂ ਇੱਥੇ ਆ ਕੇ ਹੋਰ ਕੋਈ ਵੀਜ਼ਾ ਨਹੀਂ ਪਾ ਸਕਦੇ, ਪਰ ਇਸ ਸਮੇਂ ਤੁਸੀਂ ਇਹ ਜਿਹੜੀ ਕੰਡੀਸ਼ਨ ਹੈ ਇਹਨੂੰ ਵੇਵ ਕਰਵਾ ਕੇ ਆਪਣਾ ਇੱਥੇ ਰਹਿਣ ਦਾ ਪ੍ਰਬੰਧ ਕਰ ਸਕਦੇ ਹੋ, ਕਿਉਂਕਿ ਸਰਕਾਰ ਸਮਝਦੀ ਹੈ ਕਿ ਇਸ ਟਾਈਮ ਇੰਟਰਨੈਸ਼ਨਲ ਜੋ ਫਲਾਈਟਸ ਨੇਗੀਆਂ ਅਵੇਲੇਬਲ ਨਹੀਂ ਹੈਗੀਆਂ ਤੇ ਤੁਸੀਂ ਸਟਕ ਹੋ ਗਏ ਹੋ। ਸੋ ਇਹ ਬੇਨਤੀ ਹੈ ਕਿ ਅਗਰ ਤੁਹਾਡਾ ਵੀਜ਼ਾ ਐਕਸਪਾਇਰ ਹੋ ਰਿਹਾ ਹੈ ਤਾਂ ਆਪਣਾ ਨਵੇਂ ਵੀਜ਼ੇ ਦਾ ਜ਼ਰੂਰ ਇੰਤਜ਼ਾਮ ਕਰੋ, ਕਿਉਂਕਿ ਇਹ ਚੀਜ਼ ਇੱਕ ਅਕਸਰ ਹੀ ਸਾਨੂੰ ਸਵਾਲ ਵੀ ਆਉਂਦੇ ਨੇ ਤੇ ਸਾਡੇ ਜਿਹੜੇ ਕਲਾਇੰਟਸ ਨੇ ਜਿਨ੍ਹਾਂ ਨੇ ਕਈ ਵਾਰੀ ਮਿਸਅੰਡਰਸਟੈਂਡਿੰਗ ਵੀ ਹੋ ਜਾਂਦੀ ਹੈ ਕਿ ਸਾਡਾ ਜਿਹੜਾ ਵਿਜ਼ਟਰ ਵੀਜ਼ਾ ਉਹ ਤਾਂ 1 ਸਾਲ ਦਾ ਲੱਗਿਆ ਹੋਇਆ ਜੀ ਤੇ ਸਾਨੂੰ ਵੀਜ਼ਾ ਵਧਾਉਣ ਦੀ ਲੋੜ ਨਹੀਂ, ਸਿਰਫ ਜਿਹੜੀ 3 ਮਹੀਨੇ ਦੀ ਇੱਥੇ ਸਾਡੀ ਸਟੇ ਸੀਗੀ। ਕਿਉਂਕਿ ਜਿਹੜਾ ਇਹ 'ਚ ਦੋ ਚੀਜ਼ਾਂ ਨੇ ਸਮਝਣ ਵਾਲੀਆਂ ਨੇ ਜਿਹੜੀਆਂ, ਉਹ ਇਹ ਹੈ ਵੀ ਜਿਹੜੀ ਤੁਹਾਡੀ ਅਗਰ ਤੁਹਾਡਾ ਵਿਜ਼ਟਰ ਵੀਜ਼ਾ 1 ਸਾਲ ਦਾ ਲੱਗਿਆ ਹੋਇਆ ਤਾਂ ਉਹ 1 ਸਾਲ ਲਈ ਵੈਲਿਡ ਹੈ, ਪਰ ਜਦੋਂ ਤੁਸੀਂ ਇੱਥੇ ਇੱਕ ਵਾਰ ਐਂਟਰ ਕਰ ਜਾਂਦੇ ਹੋ ਅਗਰ ਉੱਤੇ 3 ਜਾਂ 6 ਮਹੀਨਿਆਂ ਦੀ ਕੰਡੀਸ਼ਨ ਲੱਗੀ ਹੋਈ ਹੈ ਵੀ 6 ਮਹੀਨੇ ਰਹਿਣਾ ਜਾਂ 3 ਮਹੀਨੇ ਰਹਿਣਾ, ਜਾਂ ਈਵਨ ਜਿਹੜੇ ਪੇਰੈਂਟਸ ਨੇ ਉਹਨਾਂ ਦੇ ਵਿੱਚ 1 ਸਾਲ ਤੱਕ ਰਹਿਣ ਦੀ ਵੀ ਤਜਵੀਜ਼ ਹੁੰਦੀ ਹੈ। ਸੋ ਉਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਤੁਹਾਡਾ ਵੀਜ਼ਾ ਹੈ ਉਹ ਉਸ ਟਾਈਮ ਪੀਰੀਅਡ ਤੋਂ ਬਾਅਦ ਇੱਕ ਵਾਰ ਐਕਸਪਾਇਰ ਹੁੰਦਾ ਹੈ। ਕਹਿਣ ਤੋਂ ਭਾਵ ਇਹ ਹੈ ਕਿ ਅਗਰ ਤੁਹਾਡਾ 1 ਸਾਲ ਦਾ ਵੀਜ਼ਾ ਲੱਗਿਆ ਹੋਇਆ ਵਿਜ਼ਟਰ ਵੀਜ਼ਾ ਤੇ ਉੱਤੇ 3 ਮਹੀਨੇ ਦੀ ਕੰਡੀਸ਼ਨ ਹੈ ਕਿ ਤੁਸੀਂ ਇੱਕ ਟਾਈਮ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ 3 ਮਹੀਨੇ ਰਹਿ ਸਕਦੇ ਹੋਗੇ, ਤਾਂ 3 ਮਹੀਨਿਆਂ ਬਾਅਦ ਜਿਹੜਾ ਤੁਹਾਡਾ ਵੀਜ਼ਾ ਹੈ ਉਹ ਐਕਸਪਾਇਰ ਹੋ ਜਾਂਦਾ ਹੈ। ਸੋ ਉਸ ਤੋਂ ਬਾਅਦ ਤੁਸੀਂ ਅਗਰ ਉਹ ਵੀਜ਼ਾ ਨਹੀਂ ਵਧਾਉਂਦੇ ਤਾਂ ਇੱਥੇ ਤੁਸੀਂ ਅਨਲੌਫੁਲ ਹੋ ਜਾਂਦੇ ਹੋ। ਸੋ ਤੁਹਾਨੂੰ ਇੱਕ ਨਵੀਂ ਵੀਜ਼ਾ ਐਪਲੀਕੇਸ਼ਨ ਲਾਉਣੀ ਪੈਣੀ ਹੈ, ਇੱਕ ਨਵੀਂ ਅਰਜ਼ੀ ਪਾਉਣੀ ਪੈਣੀ ਹੈ ਤਾਂ ਕਿ ਤੁਹਾਨੂੰ ਨਵਾਂ ਵੀਜ਼ਾ ਇੱਥੇ ਰਹਿਣ ਵਾਸਤੇ ਮਿਲ ਸਕੇ। ਬਾਕੀ ਕਾਸਟ ਜਿਹੜੀ ਇਸ ਵੀਜ਼ੇ ਦੀ ਹੈਗੀ ਉਹ ਨਿਲ ਹੈ। ਅਗਰ ਤੁਸੀਂ 408 ਵੀਜ਼ਾ ਇਸ ਜਿਹੜੀ AGEE ਜਿਹੜੀ ਆਸਟ੍ਰੇਲੀਅਨ ਗਵਰਨਮੈਂਟ ਦਾ ਜਿਹੜਾ ਇੰਡੋਸਡ ਈਵੈਂਟ ਹੈ COVID-19 ਦੇ ਅੰਡਰ ਲਾਉਣੇ ਹੋ ਤਾਂ ਤੁਹਾਨੂੰ ਕੋਈ ਇਹਦੀ ਵੀਜ਼ਾ ਫੀਸ ਨਹੀਂ ਦੇਣੀ ਪੈਂਦੀ। ਬਾਕੀ ਇਸ ਵੀਜ਼ੇ ਦੀ ਜਿਹੜੀ ਇੱਕ ਹੋਰ ਕੰਡੀਸ਼ਨ ਹੈ ਕਿ ਤੁਸੀਂ ਆਪਣੀ ਇੱਥੇ ਹੈਲਥ ਇੰਸ਼ੋਰੈਂਸ ਮੇਨਟੇਨ ਕਰਨੀ ਹੈ, ਉਹ ਮੈਂ ਤੁਹਾਨੂੰ ਪਰਸਨਲੀ ਤੌਰ ਤੇ ਵੀ ਰეკਮੈਂਡ ਕਰੂੰਗਾ, ਕਿਉਂਕਿ ਹਾਲਾਤ ਕਦੇ ਪਤਾ ਨਹੀਂ ਕਦੋਂ ਕਿਹੋ ਜਿਹੇ ਹੋ ਜਾਂਦੇ ਨੇ। ਅਗਰ ਤੁਹਾਨੂੰ ਕੋਈ ਮੈਡੀਕਲ ਪ੍ਰੋਬਲਮ ਆ ਜਾਂਦੀ ਹੈ ਤਾਂ ਜਿਹੜੀ ਹੈਲਥ ਇੰਸ਼ੋਰੈਂਸ ਹੈਗੀ ਉਹ ਆਪਣੇ ਲਈ ਉਸ ਟਾਈਮ ਸਹਾਈ ਹੁੰਦੀ ਹੈਗੀ, ਕਿਉਂਕਿ ਤੁਸੀਂ ਜਿਹੜਾ ਖਰਚਾ ਕਈ ਵਾਰ ਆਸਟ੍ਰੇਲੀਆ ਦੇ ਵਿੱਚ ਜਿੱਦਾਂ ਕਿ ਤੁਹਾਨੂੰ ਸਿਸਟਮ ਦਾ ਪਤਾ ਹੀ ਹੈ ਕਿ ਇੱਥੇ ਹਜ਼ਾਰਾਂ ਡਾਲਰ ਬਿੱਲ ਬਣ ਜਾਂਦੇ ਨੇ ਛੋਟੀ ਜਿਹੀ ਪ੍ਰੋਬਲਮ ਕਰਕੇ। ਸੋ ਹੈਲਥ ਇੰਸ਼ੋਰੈਂਸ ਉਸ ਸਮੇਂ ਆਪਣੇ ਕੰਮ ਆਉਂਦੀ ਹੈ, ਸੋ ਇਹ ਜ਼ਰੂਰ ਲੈਣੀ ਹੈ ਤੇ ਇਸ ਵੀਜ਼ੇ ਦੀ ਕੰਡੀਸ਼ਨ ਵੀ ਹੈਗੀ ਹੈ ਇਹ। ਬਾਕੀ ਇੱਕ ਜਿਹੜਾ ਕੁਐਸਚਨ ਹੈ ਜੈਨਰਿਕ ਵੀ ਮੈਂ ਡਿਸਕਸ ਕਰਦਾ ਤੇ ਇਸ ਵੀਜ਼ੇ ਦੇ ਸੰਬੰਧ ਵਿੱਚ ਵੀ ਕਿ ਅਗਰ ਸੈਕਸ਼ਨ 48 ਦਾ ਬਾਰ ਲੱਗਿਆ ਹੋਇਆ ਤੁਹਾਡੇ ਤੇ, ਸੋ ਸੈਕਸ਼ਨ 48 ਕੀ ਹੈ, ਉਹ ਅਗਰ ਤੁਹਾਡਾ ਕੋਈ ਵੀਜ਼ਾ ਆਸਟ੍ਰੇਲੀਆ ਦੇ ਵਿੱਚ ਰਿਫਿਊਜ਼ ਹੋਇਆ ਜਾਂ ਕੈਂਸਲ ਹੋਇਆ ਉਸ ਤੋਂ ਬਾਅਦ ਤੁਸੀਂ ਆਸਟ੍ਰੇਲੀਆ ਦੇ ਵਿੱਚ ਕੋਈ ਵੀਜ਼ਾ ਨਹੀਂ ਪਾ ਸਕਦੇ। ਕੁਝ ਕੁ ਵੀਜ਼ੇ ਨੇ ਜਿਹੜੇ ਪ੍ਰਸਕ੍ਰਾਈਬਡ ਕੀਤੇ ਹੋਏ ਨੇ ਡਿਪਾਰਟਮੈਂਟ ਜਾਂ ਆਪਣੇ ਮਿਨਿਸਟਰ ਵੱਲੋਂ ਕਿ ਅਗਰ ਤੁਹਾਡਾ ਵੀਜ਼ਾ ਇੱਥੇ ਰਿਫਿਊਜ਼ ਹੋਇਆ ਜਾਂ ਕੈਂਸਲ ਹੋਇਆ ਤਾਂ ਤੁਸੀਂ ਪਾ ਸਕਦੇ ਹੋ। ਉਹਨਾਂ ਤੋਂ ਇਲਾਵਾ ਤੁਸੀਂ ਕੋਈ ਵੀ ਵੀਜ਼ਾ ਇੱਥੇ ਨਹੀਂ ਪਾ ਸਕਦੇ। ਬਾਕੀ ਇਸ ਤੋਂ ਇਲਾਵਾ ਅਗਰ ਤੁਸੀਂ ਸਟੂਡੈਂਟ ਵੀਜ਼ਾ ਦੇ ਉੱਤੇ ਹੋਗੇ ਤੇ ਤੁਹਾਡਾ ਆਉਣ ਵਾਲੇ ਸਮੇਂ ਦੇ ਵਿੱਚ ਸਟੂਡੈਂਟ ਵੀਜ਼ਾ ਐਕਸਪਾਇਰ ਹੋ ਰਿਹਾ ਜਾਂ ਤੁਹਾਡੀ 485 ਦੀ ਜਿਹੜੀ ਐਪਲੀਕੇਸ਼ਨ ਆ ਉਹ ਡਿਊ ਹੈਗੀ, ਸੋ ਉਸ ਹਾਲਾਤ ਦੇ ਵਿੱਚ ਇੱਕ ਜਿਹੜੀ ਬੜਾ ਕੰਸਰਨ ਇਸ ਟਾਈਮ ਆ ਰਿਹਾ ਕਿ 485 ਵੀਜ਼ਾ ਤੁਸੀਂ ਅਪਲਾਈ ਕਰਨਾ ਬਟ ਇੰਗਲਿਸ਼ ਤੁਹਾਡੇ ਕੋਲੇ ਹਲੇ ਹੈ ਨਹੀਂ ਗੀ, ਤੁਸੀਂ ਇੰਗਲਿਸ਼ ਦਾ ਟੈਸਟ ਨਹੀਂ ਦਿੱਤਾ ਸੀ। ਸੋ ਉਸ ਸਿਨਾਰੀਓ ਦੇ ਵਿੱਚ ਤੁਸੀਂ ਸਟੂਡੈਂਟ ਵੀਜ਼ਾ ਪਾ ਸਕਦੇ ਹੋ ਆਪਣਾ, ਤੇ ਇਨ ਦਾ ਮੀਨ ਟਾਈਮ ਜਦੋਂ ਵੀ ਪੇਪਰ ਖੁੱਲ੍ਹ ਜਾਂਦੇ ਨੇ ਮੇਬੀ ਮਈ ਦੇ ਪਹਿਲੇ ਜਾਂ ਦੂਸਰੇ ਹਫਤੇ ਦੇ ਵਿੱਚ ਸੁਣਨ ਚ ਆ ਰਿਹਾ ਕਿ ਜਿਹੜੀ PTE ਹੈ ਉਹਨਾਂ ਨੇ ਆਪਣੇ ਟੈਸਟ ਖੋਲ੍ਹ ਦਿੱਤੇ ਨੇ। ਸੋ ਉਦੋਂ ਤੱਕ ਅਗਰ ਤੁਹਾਡਾ ਵੀਜ਼ਾ ਐਕਸਪਾਇਰ ਹੋ ਰਿਹਾ ਹੈ ਤਾਂ ਇਨ ਦਾ ਮੀਨ ਟਾਈਮ ਤੁਸੀਂ ਆਪਣਾ ਸਟੂਡੈਂਟ ਵੀਜ਼ਾ ਪਾ ਕੇ ਟੈਸਟ ਦੇ ਕੇ ਉਸ ਤੋਂ ਬਾਅਦ 485 ਦੀ ਐਪਲੀਕੇਸ਼ਨ ਪਾ ਕੇ ਜਿਹੜੀ ਸਟੂਡੈਂਟ ਵੀਜ਼ਾ ਦੀ ਐਪਲੀਕੇਸ਼ਨ ਹੈ ਉਹਨੂੰ ਤੁਸੀਂ ਵਿਦਡਰਾਅ ਕਰ ਸਕਦੇ ਹੋਗੇ। ਇਸ ਤੋਂ ਇਲਾਵਾ ਪਿੱਛੇ ਜੇ ਆਸਟ੍ਰੇਲੀਅਨ ਸਰਕਾਰ ਨੇ ਜਿਹੜੇ ਸਟੂਡੈਂਟ ਸੀਗੇ ਉਹਨਾਂ ਵਾਸਤੇ ਕੁਝ ਚੇਂਜ ਕੀਤੇ ਸੀ, ਜਿਹੜੇ ਨੇਮ ਚੇਂਜ ਕੀਤੇ ਸੀਗੇ ਵਰਕ ਰਾਈਟ ਵਾਸਤੇ ਕਿ ਅਗਰ ਤੁਸੀਂ ਸੁਪਰਮਾਰਕੀਟ ਦੇ ਵਿੱਚ ਜਾਂ ਏਜਡ ਕੇਅਰ ਦੇ ਵਿੱਚ ਕੰਮ ਕਰਦੇ ਹੋ ਤਾਂ ਜਿਹੜਾ 40 ਆਵਰਸ ਦਾ ਫੋਰਟਨਾਈਟ ਦਾ ਜਿਹੜਾ ਤੁਹਾਡੇ ਤੇ ਰਿਸਟ੍ਰਿਕਸ਼ਨ ਹੁੰਦੀ ਹੈ ਉਹ ਲਿਫਟ ਕੀਤੀ ਸੀ, ਉਹਨਾਂ ਨੇ ਚੱਕ ਦਿੱਤੀ ਸੀ ਉਹ। ਸੋ 1 ਮਈ ਤੱਕ ਅਗਰ ਤੁਸੀਂ ਸੁਪਰਮਾਰਕੀਟ ਦੇ ਵਿੱਚ ਜਾਂ ਏਜਡ ਕੇਅਰ ਦੇ ਵਿੱਚ ਜਾਂ ਇਵਨ ਨਰਸਿਸ ਨੇ ਜਿਹੜੀਆਂ ਉਹ 40 ਆਵਰਸ ਦਾ ਫੋਰਟਨਾਈਟ ਤੋਂ ਜ਼ਿਆਦਾ ਕੰਮ ਕਰ ਸਕਦੇ ਨੇ, ਫੁੱਲ ਟਾਈਮ ਕੰਮ ਵੀ ਤੁਸੀਂ ਕਰ ਸਕਦੇ ਹੋ। ਪਰ ਧਿਆਨ ਰੱਖਿਓ ਕਿਉਂਕਿ ਇੱਥੇ ਜਿਹੜੀ ਤੁਹਾਡੀ ਬ੍ਰੀਚ ਵੀ ਹੋ ਸਕਦੀ ਹੈ ਕੰਡੀਸ਼ਨ। ਸੋ ਆਪਣਾ ਕੰਮ ਕਰਨ ਤੋਂ ਪਹਿਲਾਂ
ਆਪਣੇ EMPLOYER ਦੇ ਨਾਲ ਇਸ ਚੀਜ਼ ਦੀ ਕਨਫਰਮੇਸ਼ਨ ਜ਼ਰੂਰ ਕਰ ਲਿਓ ਤਾਂ ਕਿ ਤੁਸੀਂ ਆਪਣੀ ਜਿਹੜਾ ਵੀਜ਼ਾ ਕੰਡੀਸ਼ਨ ਹੈ ਉਹਨੂੰ ਜੈਪਰਡਾਈਜ਼ ਨਾ ਕਰੋ। ਤੇ ਉਸ ਤੋਂ ਇਲਾਵਾ ਇੱਕ ਬੜਾ ਜਿਹੜਾ ਸਭ ਤੋਂ ਲਿੰਬੋ ਦੇ ਵਿੱਚ ਨੇ ਜਿਹੜੇ EMPLOYER ਸਪਾਂਸਰਡ ਵੀਜ਼ਾਸ ਦੇ ਉੱਤੇ ਜਿਹੜੇ ਮੇਰੇ ਵੀਰ ਭੈਣ ਹੈਗੇ ਨੇ, ਜਿਹੜਾ 482 ਹੋ ਗਿਆ ਜਾਂ 457 ਵੀਜ਼ਾਸ ਨੇ ਜਿਹੜੇ, ਉਹ ਉਹਨਾਂ ਦੇ ਵਿੱਚ ਖਾਸ ਕਰ ਜਿਹੜੇ ਹੌਸਪਿਟੈਲਿਟੀ ਇੰਡਸਟਰੀਜ਼ ਦੇ ਵਿੱਚ ਕੰਮ ਕਰ ਰਹੇ ਨੇ, ਉਹ 'ਚ ਕੀ ਹੋ ਰਿਹਾ ਕਿ ਜਿਹੜੇ EMPLOYER ਨੇਗੇ ਉਹ ਫਾਈਨੈਂਸ਼ੀਅਲੀ ਕਾਫੀ ਹੱਦ ਤੱਕ ਸਟਰਗਲ ਕਰ ਰਹੇ ਨੇ, ਉਹ ਬੜੇ ਸਫਰ ਹੋਏ ਨੇ ਕਿਉਂਕਿ ਜਿਹੜੇ ਰੈਸਟੋਰੈਂਟਸ ਨੇ ਉਹ ਟੇਕ ਅਵੇ ਹੋ ਗਏ ਨੇ ਤੇ ਜਿਹੜਾ ਕਾਫੀ ਵੱਡਾ ਇੰਪੈਕਟ ਉਹਨਾਂ ਨੂੰ ਇਹ ਗਲੋਬਲ ਜੋ ਪੈਂਡੈਮਿਕ ਆ ਉਹਦੇ ਕਰਕੇ ਹੋਇਆ। ਉਸ ਕੇਸ ਦੇ ਵਿੱਚ ਕੁਝ EMPLOYER ਨੇ ਜਿਹੜੇ ਉਹ ਆਪਣੇ EMPLOYEES ਨੂੰ ਜਾਂ ਤਾਂ ਸਟੈਂਡ ਡਾਊਨ ਕਰ ਰਹੇ ਨੇ ਜਾਂ ਲੇ ਆਫ ਕਰ ਰਹੇ ਨੇ। ਸੋ ਇਹ ਜਿਹੜੇ ਹਾਲਾਤ ਦੇ ਵਿੱਚ ਅਗਰ ਤੁਹਾਡੇ ਕੋਲ 457 ਜਾਂ 482 ਵੀਜ਼ਾ ਤਾਂ ਤੁਸੀਂ ਕੀ ਕਰ ਸਕਦੇ ਹੋ? ਜਿਹੜਾ ਲੇ ਡਾਊਨ ਹੈ, ਅਗਰ ਤਾਂ ਤੁਹਾਨੂੰ ਲੇ ਡਾਊਨ ਕਰਤਾ ਜਾਂ ਲੇ ਆਫ ਕਰਤਾ ਹੋਇਆਗਾ, ਮਤਲਬ ਤੁਹਾਡੀ ਜਿਹੜੀ ਜੌਬ ਹੈ ਉਹ ਚਲੀ ਗਈ ਹੈ, ਉਸ ਕੇਸ ਦੇ ਵਿੱਚ ਤੁਹਾਡੇ ਕੋਲੇ ਦੋ ਆਪਸ਼ਨਾਂ ਨੇ। ਜਾਂ ਤਾਂ ਤੁਸੀਂ ਵਿਦਿਨ 60 ਡੇਜ਼ ਕੋਈ ਨਵਾਂ EMPLOYER ਲੱਭ ਕੇ ਆਪਣਾ ਨਵਾਂ ਨੋਮੀਨੇਸ਼ਨ ਪਾ ਦਿਓ ਤੇ ਜਿਹੜੀ ਆਪਣੀ ਨੋਮੀਨੇਸ਼ਨ ਟ੍ਰਾਂਸਫਰ ਕਰ ਲਓ, ਅਦਰਵਾਈਜ਼ ਤੁਹਾਨੂੰ ਆਸਟ੍ਰੇਲੀਆ ਛੱਡ ਕੇ ਜਾਣਾ ਪੈਣਾ ਕਿਉਂਕਿ ਜਿਸ ਪਰਪਸ ਲਈ ਜੇ ਤੁਹਾਡੇ EMPLOYER ਕੋਲੇ ਤੁਸੀਂ ਜੌਬ ਕਰਨ ਇੱਥੇ ਆਏ ਸੀਗੇ ਉਹ ਤੁਹਾਡੀ ਜਿਹੜੀ ਜੌਬ ਹੈ ਚਲੀ ਗਈ ਹੈ। ਸੋ ਬੈਸਟ ਪੋਸੀਬਲ ਸੋਲੂਸ਼ਨ ਇਹਦਾ ਇਹੀ ਹੈ ਕਿ ਨਵੀਂ ਨੋਮੀਨੇਸ਼ਨ ਲੱਭ ਕੇ ਤੁਸੀਂ ਨਵਾਂ ਵੀਜ਼ਾ ਜਾਂ ਨਵੀਂ ਨੋਮੀਨੇਸ਼ਨ ਆਪਣੀ ਪਾ ਦਿਓ। ਅਗਰ ਵੀਜ਼ਾ ਐਕਸਪਾਇਰ ਹੋ ਰਿਹਾ ਤਾਂ ਤੁਸੀਂ ਵੀਜ਼ਾ ਵੀ ਉਹਦੇ ਨਾਲ ਐਸੋਸੀਏਟ ਅਟੈਚ ਕਰ ਸਕਦੇ ਹੋ। ਅਦਰਵਾਈਜ਼ ਤੁਸੀਂ ਮੇਬੀ ਇਨ ਦਾ ਮੀਨ ਟਾਈਮ ਅਗਰ ਤੁਸੀਂ ਨਹੀਂ ਜਾ ਸਕਦੇ ਤਾਂ 408 ਦੀ ਆਪਸ਼ਨ ਤੁਹਾਡੇ ਕੋਲ ਹੈਗੀ ਆ, ਜਾਂ ਵਿਜ਼ਟਰ ਵੀਜ਼ਾ ਪਾ ਕੇ ਥੋੜੇ ਸਮੇਂ ਲਈ ਤੁਸੀਂ ਇੱਥੇ ਰਹਿ ਸਕਦੇ ਹੋ। ਬਾਕੀ ਦੋਸਤੋ, ਜਿੱਦਾਂ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਇਹ ਜੋ ਹਾਲਾਤ ਨੇ ਇਹ ਸਾਰਿਆਂ ਵਾਸਤੇ ਹੀ ਸੇਮ ਨੇਗੇ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸੀਂ ਵੀ ਪ੍ਰਭਾਵਿਤ ਹੋਏ ਹਾਂ ਤੇ ਤੁਸੀਂ ਇਸ ਸਮੇਂ ਦੇ ਵਿੱਚ ਆਪਣਾ ਜਿਹੜਾ ਮਨੋਬਲ ਹੈ ਉਹਨੂੰ ਨੀਵਾਂ ਨਾ ਕਰਿਓ, ਅਡੋਲ ਰਹੋ ਕਿਉਂਕਿ ਹਾਲਾਤ ਜਿਹੜੇ ਇਹ ਨੇ ਇਹ ਟੈਂਪਰੇਰੀ ਨੇ, ਇਹਨਾਂ ਨੇ ਠੀਕ ਹੋ ਜਾਣਾ ਹੈ। ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਕਰਦੇ ਹਾਂ ਕਿ ਜੋ ਇਹ ਹਾਲਾਤ ਨੇ ਇਹ ਚੇਂਜ ਹੋ ਕੇ ਸਾਰਾ ਕੁਝ ਦੁਬਾਰਾ ਤੋਂ ਨਾਰਮਲ ਹੋ ਜਾਣਾ ਹੈ। ਕੁਝ ਕੁ ਮਹੀਨਿਆਂ ਦੀ ਗੱਲ ਹੈਗੀ। ਸੋ ਇਨ ਦਾ ਮੀਨ ਟਾਈਮ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਲੋੜ ਹੈਗੀ ਕਿਸੇ ਮਾਈਗ੍ਰੇਸ਼ਨ ਮੈਟਰ ਦੇ ਲਈ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 0416 965 968 ਦੇ ਉੱਤੇ, ਜਾਂ ਈਮੇਲ ਕਰ ਸਕਦੇ ਹੋ info@bullseyeconsultants.com.au। ਫੇਸਬੁੱਕ ਪੇਜ ਦੇ ਉੱਤੇ ਤੁਸੀਂ ਆਪਣਾ ਸਵਾਲ ਸਾਨੂੰ ਛੱਡ ਸਕਦੇ ਹੋ ਤੇ ਅਸੀਂ ਐਸ ਸੂਨ ਐਸ ਪੋਸੀਬਲ ਤੁਹਾਡੇ ਸਵਾਲਾਂ ਦੇ ਜਵਾਬ ਦੇਵਾਂਗੇ। ਤੇ ਉਸ ਤੋਂ ਇਲਾਵਾ ਦੋਸਤੋ ਇੱਕ ਪਰਸਨਲ ਮੇਰੇ ਵੱਲੋਂ ਬੇਨਤੀ ਹੈ ਕਿ ਮੇਰਾ ਨੰਬਰ 0433 906 206 ਤੁਹਾਡੇ ਲਈ ਮੈਂ ਅਵੇਲੇਬਲ ਹਾਂ। ਅਗਰ ਕਿਸੇ ਵੀ ਤਰੀਕੇ ਦੇ ਨਾਲ ਮੈਂ ਤੁਹਾਡੀ ਮਦਦ ਕਰ ਸਕਦਾ ਹੋਇਆ ਤਾਂ ਜ਼ਰੂਰ ਸੇਵਾ ਦਾ ਮੌਕਾ ਜ਼ਰੂਰ ਦਿਓ ਇੱਕ ਵਾਰੀ। ਬਾਕੀ ਜਿੱਦਾਂ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਇਹ ਹਾਲਾਤ ਨੇ ਇਹਨਾਂ ਨੇ ਇੱਦਾਂ ਨਹੀਂ ਰਹਿਣਾ। ਜਿਹੜੇ ਇਸ ਟਾਈਮ ਕੋਈ ਵੀ ਮਾਈਗ੍ਰੇਸ਼ਨ ਰਿਲੇਟਡ ਤੁਹਾਡੀ ਸਲਾਹ ਲੈਣੀ ਹੈ ਤੁਸੀਂ ਸਾਡੇ ਤੋਂ, ਅਸੀਂ ਬਿਲਕੁਲ ਫ੍ਰੀ ਆਫ ਕਾਸਟ ਤੁਹਾਨੂੰ ਇਹ ਜਿਹੜੇ ਸਮਾਂ ਚੱਲ ਰਿਹਾ ਇਹਦੇ ਵਿੱਚ ਤੁਹਾਡੇ ਜਿਹੜੇ ਮੈਟਰ ਆ ਉਹਨੂੰ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰਾਂਗੇ, ਤੁਹਾਡੇ ਸਵਾਲਾਂ ਦੇ ਜਵਾਬ ਦੇਵਾਂਗੇ। ਤੁਸੀਂ ਸਾਨੂੰ ਕਿਸੇ ਵੀ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ, ਜਾਂ ਤੁਹਾਨੂੰ ਕੋਈ ਹੋਰ ਇਸ ਤੋਂ ਇਲਾਵਾ ਵੀ ਤੁਹਾਡੀ ਕਿਸੇ ਤਰੀਕੇ ਦੇ ਨਾਲ ਅਸੀਂ ਮਦਦ ਕਰ ਸਕਦੇ ਹੋ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਿਓ। ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਜਿਹੜੇ ਇਹ ਸਮੇਂ ਦੇ ਵਿੱਚ ਤੁਹਾਡੇ ਕੰਮ ਆ ਸਕੀਏ ਕਿਸੇ। ਬਾਕੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਾਈਗ੍ਰੇਸ਼ਨ ਦੀ ਕੋਈ ਅਪਡੇਟ ਆਉਂਦੀ ਹੈ ਤਾਂ ਤੁਹਾਡੇ ਨਾਲ ਲੈ ਕੇ ਦੁਬਾਰਾ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ, ਨਮਸਤੇ, ਥੈਂਕ ਯੂ ਸੋ ਮਚ।